ਸਤਨਾਮ ਸ਼੍ਰੀ ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ ਨਾਨਕ ਪ੍ਰਭ ਸ਼ਰਨਾਗਤੀ ਰਖਨ ਕਉ ਸਮਰੱਥ ਜੇਤਾ ਜਿਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹੋ ਕਰੀ ਵਖਿਆਨ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ। ਆਪਣੇ ਪਿਆਰਿਆਂ ਸੇਵਕਾਂ ਨੂੰ ਸੇਵਾ ਦਾ ਸੁਭਾਗ ਸਮਾਂ ਬਖਸ਼ੇ। ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਜੁੜ ਰਹੇ ਹੋ, ਸਭ ਧੰਨਤਾ ਦੇ ਯੋਗ ਹੋ। ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ, ਸਮਾਂ ਬਖਸ਼ਿਆ ਸੇਵਾ ਦਾ। ਪਾਵਨ ਬਾਣੀ ਦੇ ਜਾਪ ਤੇ ਸਤਿਗੁਰਾਂ ਦੀ ਕਿਰਪਾ ਦੇ ਨਾਲ ਹੀ ਬਾਣੀ ਦੀ ਅਗਾਧ ਬੋਧ, ਸਤਿਗੁਰਾਂ ਦੇ ਬਚਨਾਂ ਦੀ ਲੜੀਵਾਰ ਕਥਾ ਵਿਚਾਰਨ ਦਾ, ਸੁਣਨ ਦਾ ਸਮਾਂ ਮਿਲੇ। ਸਭ ਸਾਧ ਸੰਗਤ ਕੋਸ਼ਿਸ਼ ਕਰੀਏ ਆਪੋ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ 'ਚ ਮਨ ਕਰਕੇ ਜੁੜੀਏ। ਆਪਣੇ ਮਿਲੇ ਹੋਏ ਸਵਾਸਾਂ ਨੂੰ ਲੇਖੇ ਲਾਉਣ ਦਾ ਯਤਨ ਕਰੀਏ ਭਾਈ। ਅੱਜ ਦਾ ਸ਼ਬਦ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ, ਉਹਨਾਂ ਨੇ ਆਪਣੀ ਪਾਵਨ ਪਵਿੱਤਰ ਰਸਨਾ ਤੋਂ
ਉਚਾਰਨ ਕੀਤਾ ਹੈ, ਬਖਸ਼ਿਸ਼ ਕੀਤੀ। ਸਾਨੂੰ ਕਲਯੁਗੀ ਜੀਵਾਂ ਨੂੰ ਸਮਝਾ ਰਹੇ ਨੇ, ਗਿਆਨ ਦੇ ਰਹੇ ਨੇ। ਸੰਸਾਰ 'ਚ ਰਹਿਣਾ ਕਿਵੇਂ ਹੈ, ਕੀ ਵਿਚਾਰ ਧਾਰਨ ਕਰਕੇ ਰੱਖਣੀ ਆ, ਆ ਸਰੀਰ ਕੀ ਹੈ, ਸਵਾਸ ਕੀ ਨੇ, ਦੁਨੀਆ ਕੀ ਹੈ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਅੱਜ ਦਾ ਜਿਹੜਾ ਸ਼ਬਦ ਹੈ, ਇੱਕ ਮ੍ਰਿਤਕ ਦੇਹ ਨੂੰ ਪਿਆ ਦੇਖ ਕੇ ਆਪਣੇ ਸਿੱਖਾਂ ਤਾਈਂ ਉਪਦੇਸ਼ ਕਰਦੇ ਹਨ ਕਿ ਜਿਹੜੀ ਦੇਹ ਵਿਸ਼ਿਸ਼ਟ ਬੁੱਧੀ ਹੈ, ਇਹ ਵਿਚਾਰਾਂ ਜਿਹੜੀਆਂ ਨੇ ਨਾ ਜੀ, ਇਹ ਆਮ ਜੀਆਂ ਗੱਲਾਂ ਨਹੀਂ। ਅਸੀਂ ਲੱਖ ਸਮਝੀ ਜਾਈਏ, ਇਹ ਆਮ ਜੀ ਬਾਣੀ ਨਹੀਂ ਵੀ ਕੀ ਹੈ। ਬਹੁਤ ਵਾਰ ਵਿਚਾਰ ਕੀਤੀ ਹੈ ਆਪਾਂ ਨੇ। ਇਹ ਬਾਣੀ ਮਹਾਂਪੁਰਖ ਕੀ ਨਿਜ ਕਰ ਵਾਸਾ ਹੋਏ। ਸੰਸਾਰਿਕ ਲੋਕ ਆਪਾਂ ਤਿੰਨ ਗੁਣਾਂ 'ਚ ਵਿਚਰ ਰਹੇ ਹਾਂ। ਰਜੋ ਤਮੋ ਸਤੋ ਜਿਹਨੂੰ ਕਹਿੰਦੇ ਆ। ਕਮਾ ਲਿਆ, ਵਰਤਾ ਲਿਆ, ਬਣਾ ਲਿਆ, ਢਾ ਲਿਆ। ਭਾਵ ਇੱਕ ਜਨਮ ਦਿੰਦਾ, ਇੱਕ ਰੋਜੀ ਦਿੰਦਾ, ਇੱਕ ਲੈ ਕਰਦਾ। ਇੱਕ ਸੰਸਾਰ, ਇੱਕ ਭੰਡਾਰੀ, ਇੱਕ ਲਾਏ ਜੀਵਾਨ। ਇੱਕ ਨੇ ਪੈਦਾ ਕੀਤਾ, ਇੱਕ ਨੇ ਰੋਜੀ ਦਿੱਤੀ, ਇੱਕ ਨੇ ਮਾਰ ਦਿੱਤਾ। ਆਹੀ ਹੈ। ਜਨਮ ਹੋਇਆ, ਕੰਮ ਧੰਦੇ ਕੀਤੇ, ਕਾਰੋਬਾਰ ਕਰਿਆ, ਅਖੀਰ ਨੂੰ ਬੰਦਾ ਮਰ ਜਾਂਦਾ। ਇਹ ਬਾਣੀ ਜਿਹੜੀ ਆ ਚੌਥੇ ਪਦ 'ਚ ਹੈ। ਚੌਥਾ ਪਦ, ਰੱਬ ਦੇ ਪਿਆਰੇ ਜਿਹੜੇ ਆ ਨਾ ਸਾਧ, ਜਿਨ੍ਹਾਂ ਨੇ ਮਨ ਸਾਧ ਲਿਆ, ਜੀਵਨ ਸਾਧ ਲਿਆ, ਇੰਦਰੇ ਸਾਧ ਲਏ, ਦਮਨ ਕਰ ਲਿਆ ਇੰਦਰਿਆਂ ਦਾ, ਉਹ ਸਾਧ ਬਣ ਗਿਆ। ਉਹ ਚੌਥੇ ਪਦ ਵਿੱਚ ਪਹੁੰਚ ਜਾਂਦਾ ਹੈ। ਚੌਥਾ ਪਦ, ਨਾ ਉੱਥੇ ਨੂੰ ਬਣਾਉਣ ਦਾ, ਨਾ ਢਾਉਣ ਦਾ, ਨਾ ਵਰਤਾਉਣ ਦਾ, ਨਾ ਗਰਮੀ, ਨਾ ਸਰਦੀ, ਨਾ ਦੁੱਖ, ਨਾ ਸੁੱਖ। ਸਤਿਗੁਰ ਕਹਿੰਦੇ ਆ ਸੰਸਾਰ 'ਚ ਆਉਣਾ, ਨਿਰਲੇਪ ਰਹਿਣਾ, ਇਹੀ ਬ੍ਰਹਮ ਗਿਆਨ ਹੈ। ਇਹ ਬਾਣੀ ਚੌਥੇ ਪਦ ਦੀ ਹੈ। ਜਦੋਂ ਚੌਥੇ ਪਦ ਵਿੱਚ ਹੋ ਕਰਕੇ ਪੜਾਂਗੇ, ਸੁਣਾਂਗੇ, ਵਿਚਾਰਾਂਗੇ ਨਾ, ਉਹਦਾ ਆਨੰਦ ਹੀ ਵੱਖਰਾ ਹੋਏਗਾ। ਆ ਜਿਹੜੀ ਦੇਹ ਵਿਸ਼ਿਸ਼ਟ ਬੁੱਧੀ ਹੈ, ਗੁਰੂ ਅਰਜਨ ਸਾਹਿਬ ਜੀ ਕਹਿੰਦੇ, ਭਾਵ ਜਿਸ ਬੁੱਧ ਨੇ ਦੇਹ ਨੂੰ ਆਪਣਾ ਸਰੂਪ ਸਮਝਿਆ ਨਾ, ਮਤ ਸਾਡੀ ਬੁੱਧ, ਕਿ ਆ ਦੇਹ ਸਰੀਰ ਮੇਰਾ ਸਰੂਪ ਹੈ, ਕਿ ਜਦੋਂ ਜੀਵ ਆਤਮਾ ਦੇਹ ਦੇ ਵਿੱਚੋਂ ਨਿਕਲ ਗਿਆ, ਬਹੁਤ ਵਾਰ ਵਿਚਾਰ ਕੀਤੀ ਹੈ ਵੀ ਅੰਦਰੋਂ ਜਦੋਂ ਉੱਡਣ ਆਉਂਦਾ, ਸਰੀਰਾਂ ਸਾਹਮਣੇ ਹੋਏਗਾ ਸਭ ਕੁਛ, ਨਾ ਉੱਥੇ ਮੱਤ ਨੇ ਕੰਮ ਕਰਨਾ, ਨਾ ਬੁੱਧ ਨੇ, ਨਾ ਹੋਰ ਅੰਗ ਪੈਰ, ਕੋਈ ਕੁਛ ਨਹੀਂ ਹਿੱਲ ਜੁਲ ਹੋਏਗੀ। ਜਦੋਂ ਜੀਵ ਆਤਮਾ ਸਰੀਰ ਚੋਂ ਨਿਕਲ ਗਈ ਤਾਂ ਉਦੋਂ ਦੇਹੀ ਦੀ ਕਿਸੇ ਨੇ ਬਾਤ ਨਹੀਂ ਪੁੱਛਣੀ। ਉਸ ਸਮੇਂ ਇੱਕ ਬੈਰਾਗੀ ਜੋਗੀ ਗੁਰੂ ਸਾਹਿਬ ਜੀ ਦੇ ਕੋਲ ਆਇਆ। ਉਹਨੇ ਸਤਿਗੁਰਾਂ ਦੇ ਚਰਨ ਪਕੜ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਆਤਮਾ ਜਿਹੜੀ ਆ ਅੰਤ ਵੇਲੇ ਕਿੱਥੇ ਚਲੀ ਜਾਂਦੀ ਆ? ਅੰਦਰੋਂ ਜਿਹੜਾ ਉੱਡਣਾ ਭੌਰ ਕਹਿ ਦਿੰਦੇ ਆਪਾਂ, ਆਤਮਾ ਜੀਵ ਸਾਡਾ ਅੰਦਰ ਆ ਜਿਹੜਾ ਦੇਖ ਰਿਹਾ, ਸੁਣ ਰਿਹਾ, ਚੱਲ ਫਿਰਦਾ, ਕਿੱਧਰ ਨੂੰ ਉੱਡ ਜਾਂਦਾ? ਫਿਰ ਉੱਥੇ ਮਹਾਰਾਜ ਨੇ ਇਹ ਬਚਨ ਉਚਾਰਿਆ ਜੀ, ਤਿਚਰ ਵਸੈ ਸੁਹੇਲੜੀ,
ਜਿਚਰ ਸਾਥੀ ਨਾਲ। ਐ ਭਾਈ ਤੂੰ ਉਦੋਂ ਤੱਕ ਸਹੇਲੜੀ ਕਹੀਏ ਸੁਖੀ ਵਸਨੀ ਹੈ। ਐ ਦੇ ਆਪਣੇ ਸਰੀਰ ਨੂੰ ਸੰਬੋਧਨ ਕਰਕੇ ਸਭ ਦੇ ਕਿ ਉਦੋਂ ਤੱਕ ਸੁਖੀ ਵਸਦੀ ਹੈ ਜਿੰਨਾ ਚਿਰ ਉਹ ਚੇਤਨ ਬ੍ਰਹਮ ਸਾਥੀ ਸਾਖੀ ਭਾਵ ਜੀਵ ਆਤਮਾ ਤੇਰੇ ਨਾਲ ਹੈ। ਉਦੋਂ ਤੱਕ ਇਹ ਸਾਡਾ ਆ ਹਿੱਲਣਾ ਜੁਲਣਾ, ਦੇਖਣਾ ਵੇਖਣਾ, ਬੋਲਣਾ, ਜਿੰਨਾ ਟਾਈਮ ਅੰਦਰ ਆ ਜੀਵ ਆਤਮਾ ਹੈ। ਕੋਈ ਬੈਠਿਆ ਅੰਦਰ ਡਰਾਈਵਰ ਚਲਾ ਰਿਹਾ ਤੇ ਜਾ ਸਾਥੀ ਉੱਠੀ ਚੱਲਿਆ, ਤਾ ਤਨ ਖਾਖੂ ਰਾਲ। ਜਦੋਂ ਜੀਵ ਆਤਮਾ ਰੂਪੀ ਸਾਥੀ ਵਾਸ਼ਨਾ ਅਨੁਸਾਰ ਪਰਾਲਬਧ ਰੂਪ ਪੂਰੀ ਹੋਣ ਤੇ ਅੰਦਰੋਂ ਉੱਠ ਕੇ ਉਡਾਰੀ ਲਾ ਗਿਆ, ਪਰਲੋਕ ਨੂੰ ਚਲਾ ਗਿਆ, ਉਸ ਸਮੇਂ ਹੀ ਆ ਦੇਹ ਰੂਪ ਧਨ ਭਾਵ ਐ ਭਾਈ ਤੂੰ ਖਾਖੂ ਕਹੀਏ ਮਿੱਟੀ 'ਚ ਰੁਲ ਜਾਣਾ ਨਾਲ ਦੀ ਨਾਲ। ਕਿ ਕਬੀਰਾ ਧੂਰ ਸਕੇਲ ਕੈ ਪੁਰੀਆ ਬੰਦੀ ਦੇ। ਧੂੜ ਮਿੱਟੀ ਦੀ ਇਕੱਠੀ ਕਰਕੇ ਪੁੜੀ ਬੰਨੀ ਆ ਸਰੀਰ ਤੇ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਜਦੋਂ 4 ਦਿਨਾਂ ਨੂੰ ਦੇਖਿਆ ਜਾਣਾ ਇਹ ਖੇ ਆ, ਖੇ 'ਚ ਮਿਲ ਜੂ। ਚਲੋ ਗੱਲ ਵੱਖਰੀ ਹੈ, ਕੋਈ ਜਲ ਪ੍ਰਵਾਹ ਕਰਦਾ ਹੈ ਹਾਂਜੀ, ਕੋਈ ਗੱਡ ਦਿੰਦਾ ਮੁਰਦਿਆਂ ਨੂੰ, ਕੋਈ ਅਗਨ ਦੇ ਵਿੱਚ ਸਾੜ ਦਿੰਦਾ, ਰਾਖ ਬਣਦਾ ਮਿੱਟੀ। ਜਦੋਂ ਅੰਦਰੋਂ ਉੱਡ ਗਿਆ ਭੌਰ, ਉਸ ਟਾਈਮ ਆ ਦੇਹ ਜਿਹੜੀ ਆ ਮਿੱਟੀ 'ਚ ਰੁਲ ਜਾਣੀ ਆ। ਚਿਖਾ 'ਚ ਪੈ ਕੇ ਜਾਂ ਕਬਰਾਂ 'ਚ ਪੈ ਕੇ ਖਾਕ ਇਹਨੇ ਮਿੱਟੀ ਬਣ ਹੀ ਜਾਣਾ। ਬਾਹਰ ਡੇਗ ਦੋ ਐਦੀ ਮੁਰਦੇ ਨੂੰ, ਉਹਦੇ ਵਿੱਚ ਕਿਰਮ ਪੈਦਾ ਕਰ ਦਿੰਦਾ ਮਾਲਕ। ਕੀੜੇ ਚੱਲ ਪੈਂਦੇ ਆ, ਕਈ ਦੇਖਿਆ ਪਸ਼ੂ ਪੰਛੀ ਮਰਦੇ ਪਏ ਹੁੰਦੇ ਆ ਬਾਹਰ, ਮੁਸ਼ਕ ਮਾਰਦੇ ਉਹਨਾਂ ਨੂੰ, ਫਿਰ ਉਹ ਕੀੜੇ ਅੰਦਰੀਓ ਪੈਦਾ ਹੋ ਜਾਂਦਾ, ਉਹਨੂੰ ਖਾ ਜਾਂਦੇ ਨੇ, ਨਾਲ ਦੀ ਨਾਲ ਉਹ ਫਿਰ ਮਿੱਟੀ ਇਹ ਬਣ ਜਾਂਦਾ, ਉਹ ਮਿੱਟੀ ਬਣ ਜਾਂਦਾ। ਬਣਿਆ ਹੋਇਆ ਸਰੀਰ ਉੱਥੇ ਪਿਆ ਹੀ ਭਾਵ ਤਾ ਧਨ ਖਾਖੂ ਰਾਲ ਐ ਭਾਈ ਮਿੱਟੀ ਬਣ ਜਾਣਾ। ਮਨ ਵੈਰਾਗ ਭਇਆ ਦਰਸ਼ਨ ਦੇਖਣੇ ਕਾ ਚਾਓ। ਮਨੁੱਖ ਸਰੀਰਾਂ ਦੀ ਇਹ ਹਾਲਤ ਵੇਖ ਕੇ ਮਨ ਵਿੱਚ ਵੈਰਾਗ ਪੈਦਾ ਹੋ ਗਿਆ ਅਤੇ ਚੇਤਨ ਪ੍ਰਭੂ ਦੇ ਦੀਦਾਰ ਦੇਖਣ ਦਾ ਅੰਦਰ ਚਾਅ ਪੈਦਾ ਹੋ ਗਿਆ, ਉਤਸ਼ਾਹ ਪੈਦਾ ਹੋਇਆ। ਜੋ ਦੇਹ ਦੇ ਅੰਦਰ ਰਹਿੰਦਾ ਹੈ, ਜਿਸ ਬਿਨਾਂ ਇਹ ਦੇਹ ਮੁਰਦਾ ਹੋ ਜਾਂਦੀ ਆ। ਅੰਦਰ ਬੈਠੇ ਆ ਉਹ ਦੀਂਦਾ ਹੀ ਨਹੀਂ। ਮਹਾਰਾਜ ਕਹਿੰਦੇ ਆ ਜੀ, ਕਾਹੇ ਰੇਵਨ ਖੋਜਨ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ। ਭੂਪ ਮਦ ਜੋ ਬਾਸ ਮਸਤ ਹੈ, ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੈ ਨਿਰੰਤਰ, ਘਟ ਹੀ ਖੋਜੋ ਭਾਈ। ਅੰਦਰ ਦੀਂਦਾ ਨਹੀਂ। ਰੱਬ ਹੈ ਕੀ? ਪਰਮੇਸ਼ਰ, ਉਹਦਾ ਨਾਮ ਕੀ ਹੈ? ਦੇਖਿਆ ਕਦੇ ਕਿਸੇ ਨੇ? ਕੋਈ ਸਰੂਪ ਉਹਦਾ, ਕੋਈ ਤਸਵੀਰ, ਫੋਟੋ, ਮੂਰਤ ਸਾਹਮਣੇ ਆਈ? ਸਾਹਮਣੇ ਕਦੇ ਖੜਾ ਹੋਇਆ ਕਿਸੇ ਦੇ ਆ ਕੇ? ਬਸ ਇੱਕੇ ਨੁਕਤਾ ਹੈ ਜੀ, ਜੇ ਰੱਬ ਹੈ ਨਾ, ਉਹਦੀ ਹੋਂਦ ਹੈ ਤਾਂ ਸਾਡੀ ਹੋਂਦ ਹੈ। ਜਿਸ ਦਿਨ ਉਹ ਅੰਦਰੋਂ ਉੱਡ ਜਾਂਦਾ ਹੈ,
ਅੰਦਰੋਂ ਦੀ ਜੋਤ ਨਿਕਲ ਗਈ, ਬੰਦਾ ਮਿੱਟੀ ਦੀ ਢੇਰੀ ਆ। ਜੇ ਉਹ ਅੰਦਰ ਹੈ ਤਾਂ ਅਸੀਂ ਆ, ਜਦੋਂ ਨਹੀਂ ਹੋਏਗਾ ਤਾਂ ਅਸੀਂ ਵੀ ਨਹੀਂ ਹੋਵਾਂਗੇ। ਉਹਦੇ ਬਿਨਾ ਆ ਸਰੀਰ ਮੁਰਦਾ ਹੋ ਜਾਣਾ ਹੈ। ਧਨ ਸੋ ਤੇਰਾ ਥਾਨ, ਐ ਵਾਹਿਗੁਰੂ ਜੀ ਤੇਰਾ ਉਹ ਸਤਸੰਗ ਰੂਪੀ ਥਾਨ, ਉਹ ਜਗ੍ਹਾ, ਉਹ ਥਾਂ ਜਿਹੜੀ ਵੀ ਆ ਜਿੱਥੇ ਤੂੰ ਰਹਿ ਰਿਹਾ, ਧਨਤਾ ਦੇ ਯੋਗ ਹੈ। ਜਿੱਥੇ ਤੂੰ ਅਰਾਧਿਆ ਜਾਂਦਾ, ਤੇਰਾ ਬੈਕੁੰਠ ਰੂਪੀ ਥਾਂ, ਸਥਾਨ ਜਿਹੜਾ ਧਨ ਹੈ, ਆ ਜਗ੍ਹਾ ਧਨ ਹੈ, ਜਿੱਥੇ ਪਰਮਾਤਮਾ ਦੇ ਗੁਣ ਗਾਏ ਜਾਂਦੇ ਆ। ਉਹ ਜਗ੍ਹਾ ਧਨਤਾ ਦੇ ਯੋਗ ਹੈ, ਜਿੱਥੇ ਰੱਬ ਰੱਬ ਕੀਤਾ ਜਾਂਦਾ ਹੈ। ਤੇ ਸਤਿਗੁਰ ਕਹਿੰਦੇ ਆ ਜੀ, ਜਿਚਰ ਵਸਿਆ ਕੰਤ ਘਰ, ਜਿਉ ਜਿਉ ਸਭ ਕਹਾਤ। ਕਹਿੰਦੇ ਜਿੰਨਾ ਚਿਰ ਜੀਵ ਆਤਮਾ ਰੂਪ ਕੰਤ ਕਹੀਏ ਪਤੀ ਇਸ ਘਰ ਸਰੀਰ ਵਿੱਚ ਵਸਿਆ ਨਾ, ਉਹਨਾਂ ਚਿਰ ਸਾਰੇ ਹੀ ਜਿਉ ਜਿਉ ਸਭ ਕਹਾਤ, ਜੀ ਜੀ ਕਹਿੰਦੇ ਨੇ। ਜਿੰਨਾ ਟਾਈਮ ਉਹ ਸਾਡੇ ਅੰਦਰ ਵਸਦਾ ਹੈ, ਉਹ ਚੱਲ ਰਿਹਾ, ਉਹਨਾਂ ਟਾਈਮ ਜੀ ਜੀ ਕਹਿੰਦਾ ਹਰ ਕੋਈ। ਭਾਵ ਸਰਦਾਰ ਜੀ, ਲਾਲਾ ਜੀ, ਸਾਹਿਬ ਜੀ, ਸੰਤ ਜੀ, ਬਾਬਾ ਜੀ, ਪਿਤਾ ਜੀ, ਵੀਰ ਜੀ, ਜੋ ਵੀ ਨਾਮਾਂ ਨਾਲ ਬੁਲਾਉਂਦੇ ਆ, ਹਰ ਇੱਕ ਚੀਜ਼, ਸਭ ਕੁਝ ਜੀਵਤ ਕੋ ਵਿਵਹਾਰ ਜਿਉਂਦਿਆਂ ਦੇ ਮੇਲੇ ਨੇ, ਜਿਉਂਦਿਆਂ ਦੇ। ਜਿੰਨਾ ਟਾਈਮ ਅੰਦਰ ਉਹ ਹੈ, ਉਹਨਾਂ ਟਾਈਮ ਜੀ ਜੀ ਹੈ। ਕੋਈ ਕੁਛ ਕਹਿ ਕੇ ਬੁਲਾਉਂਦਾ, ਕੋਈ ਕੁਛ ਕਹਿ ਕੇ ਬੁਲਾਉਂਦਾ। ਤੇ ਮਹਾਰਾਜ ਕਹਿੰਦੇ, ਜਾ ਉੱਠੀ ਚਲਸੀ ਕੰਤੜਾ, ਤਾਂ ਕੋਈ ਨਾ ਪੁੱਛੇ ਤੇਰੀ ਬਾਤ। ਸੱਜਣਾ, ਜਿੰਨਾ ਟਾਈਮ ਉਹ ਅੰਦਰ ਹੈ ਤਾਂ ਜੀ ਜੀ ਆ। ਜਦੋਂ ਇਹ ਜੀਵ ਆਤਮਾ ਰੂਪੀ ਕੰਤੜਾ ਕਹੀਏ ਪਤੀ ਰੱਬੀ ਹੁਕਮ ਨਾਲ ਉੱਠ ਕੇ ਚਲਾ ਗਿਆ ਨਾ, ਤਾਂ ਇਹ ਦੇਹ ਫਿਰ ਕੋਈ ਵੀ ਤੇਰੀ ਗੱਲ, ਤੇਰੀ ਬਾਤ, ਤੇਰੀ ਜਾਤ, ਕੋਈ ਨਾ ਪੁੱਛੇ ਤੇਰੀ ਬਾਤ। ਕਿਸੇ ਨੇ ਸਾਰ ਨਹੀਂ ਪੁੱਛਣੀ। ਭਾਵ ਕਬਰ ਦੀ ਮਿੱਟੀ ਜਾਂ ਚਿਖਾ ਦੀ ਅਗਨੀ ਦੁਆਰਾ ਤੂੰ ਪੰਜ ਤੱਤਾਂ ਚ ਬਲੀਨ ਹੋ ਜਾਣਾ ਹੈ, ਫਿਰ ਤੇਰੀ ਆ ਕੋਈ ਗੱਲ ਨਹੀਂ ਪੁੱਛਦਾ। ਪ੍ਰਾਣ ਨਿਕਲਣ ਤੋਂ ਬਾਅਦ ਹੀ ਸਾਰੇ ਸੰਬੰਧੀ ਪਰਾਏ ਹੋ ਜਾਂਦੇ ਨੇ। ਬਾਣੀ ਕਹਿੰਦੀ ਐ, ਘਰ ਕੀ ਨਾਰ ਬਹੁਤ ਹਿਤ ਜਾਸਿਓ। ਘਰ ਵਾਲੀ ਬੜਾ ਪ੍ਰੇਮ ਹੁੰਦਾ ਹੈ, ਬੜਾ ਹਿੱਤ ਕਰਦੀ ਆ, ਸਦਾ ਰਹਿਤ ਸੰਗ ਲਾਗੀ। ਸੰਗ ਹੈ, ਨਾਲ ਹੈ, ਖੜੀ ਆ। ਜਬ ਹੀ ਹੰਸ ਤਜੀ ਇਹ ਕਾਇਆ, ਜਦ ਆ ਅੰਦਰੋਂ ਹੰਸ ਨਿਕਲ ਗਿਆ ਨਾ, ਉੱਡ ਗਿਆ, ਛੱਡ ਦਿੱਤਾ ਸਰੀਰ, ਪ੍ਰੇਤ ਪ੍ਰੇਤ ਕਰ ਭਾਗੀ। ਆਹੀ ਸਰੀਰ ਹੁੰਦਾ, ਇਸੇ ਤੋਂ ਘਰ ਦੇ ਡਰਨ ਲੱਗ ਜਾਣਗੇ। ਸੁਪਨੇ 'ਚ ਵੀ ਆ ਜੇ ਨਾ ਬੰਦਾ ਮਰਿਆ ਹੋਇਆ, ਤਾਂ ਵੀ ਡਰ ਜਾਂਦੇ ਨੇ, ਮੇਰੇ ਸੁਪਨੇ 'ਚ ਆ ਗਿਆ ਸੀ। ਉਹਨੇ ਜਿਹਨੇ ਜੀਂਦੇ ਜਿਉਂਦੇ ਜੀ ਨਹੀਂ ਕੁਛ ਕੀਤਾ, ਮਰ ਕੇ ਬੰਦਾ ਕੀ ਕਰੂ। ਉਹ ਇੱਕ ਹਵਾ ਹੈ, ਮਨ ਦੇ ਵਹਿਮ ਨੇ। ਉੱਥੇ ਜਦੋਂ ਉੱਡ ਗਿਆ ਭੌਰ, ਪ੍ਰੇਤ ਪ੍ਰੇਤ ਕਰਕੇ ਨੱਠ ਜਾਂਦੇ ਆ ਜਿਹੜੇ ਸਨੇਹੀ ਹੁੰਦੇ ਆ, ਜਿਹੜੇ ਕਦੇ ਨਾਲ ਨਾਲ ਖੜ ਖੜ ਫੋਟੋਆਂ ਖਿਚਾਉਂਦੇ ਆ ਨਾ, ਜੱਫੀਆਂ ਪਾ ਪਾ ਕੇ। ਭਾਈ ਜਦੋਂ ਭੌਰ ਉੱਡ ਗਿਆ, ਅੰਦਰੋਂ ਜਿੰਦ ਨਿਕਲ ਗਈ, ਫਿਰ ਮਰੇ ਹੋਏ ਦਾ ਕੋਈ ਮੂੰਹ ਦੇਖਣਾ ਵੀ ਦਿਲ ਨਹੀਂ ਕਰਦਾ, ਡਰ ਲੱਗਦਾ ਜੀ। ਸਰੀਰ ਤਾਂ ਉਹੀ ਹੁੰਦਾ, ਇਹ ਤਾਂ ਹੈ ਨਹੀਂ ਕਿ ਜਦੋਂ ਬੰਦਾ ਮਰ ਜਾਂਦਾ ਸਿੰਘ ਨਿਕਲ ਆਉਂਦੇ ਉਹਦੇ ਸਿਰ ਤੇ। ਦੇਖਣਾ ਨਹੀਂ ਪਸੰਦ ਕਰਦੇ, ਕਈ ਟੱਚ ਵੀ ਨਹੀਂ ਹੁੰਦੇ ਨਾਲ, ਦੇਖਦੇ ਨਹੀਂ, ਡਰ ਜਾਂਦੇ ਆ ਮਰੇ ਹੋਏ ਤੋਂ, ਮੁਰਦੇ ਤੋਂ।
ਭਾਵ ਜਾ ਉੱਠੀ ਚਲਸੀ ਕੰਤੜਾ, ਅੰਦਰੋਂ ਆ ਨਿਕਲੀ ਨਾ ਜਿੰਦ, ਤਾਂ ਕੋਈ ਨਾ ਪੁੱਛੇ ਬਾਤ, ਕਿਸੇ ਨੇ ਕੁਛ ਨਹੀਂ ਪੁੱਛਣਾ, ਡਰਨਗੇ, ਪ੍ਰੇਤ ਕਰਕੇ ਭੱਜ ਜਾਣਾ ਜੀ। ਫਿਰ ਆਪੋ ਆਪਣੇ ਤਰੀਕਿਆਂ ਨਾਲ ਇਸ ਮੁਰਦਾ ਦੇਹ ਨੂੰ ਜਲਦੀ ਸਮੇਟਣ ਚ ਲੱਗ ਜਾਂਦੇ ਆ। ਜਲਦੀ, ਕਿਸੇ ਦੀ ਕੋਈ ਮਰਿਆਦਾ, ਕਿਸੇ ਦੀ ਕੋਈ। ਕਈ ਅਗਨੀ ਵਿੱਚ ਦਾਹ ਸੰਸਕਾਰ ਕਰ ਦਿੰਦੇ ਆ, ਕਈ ਕਬਰ ਚ ਦਫਨਾ ਦਿੰਦੇ ਆ, ਕਈ ਜਲ ਪ੍ਰਵਾਹ ਕਰ ਦਿੰਦੇ ਆ। ਅਨੇਕਾਂ ਤਰ੍ਹਾਂ ਨਾਲ ਦੇਹ ਦਾ ਅੰਤਮ ਸੰਸਕਾਰ ਜਿਹੜਾ ਜੀ ਉਹ ਕੀਤਾ ਜਾਂਦਾ ਹੈ, ਖਤਮ ਕਰ ਦਿੱਤਾ ਜਾਂਦਾ ਹੈ। ਕਿਉਂਕਿ ਜੇ ਰੱਖ ਲਿਆ ਬਿਮਾਰੀ ਪੈਦਾ ਹੋ ਜਾਣੀ, ਅੰਦਰੋਂ ਜਦ ਕੁਛ ਹੈ ਨਹੀਂ ਉਹਦੇ, ਬਿਮਾਰੀ ਬਦਬੂ ਪੈਦਾ ਹੋ ਜਾਏਗੀ। ਕਈ ਵਾਰ ਜੀਵ ਜੰਤੂ ਕੋਈ ਮਰਿਆ ਹੁੰਦਾ ਨਾ, ਪਿਆ ਹੁੰਦਾ ਸੜਕਾਂ ਤੇ, ਬਦਬੂ ਮਾਰਦੀ ਹੈ। ਏਦਾਂ ਇਹ ਸਰੀਰ ਦੇ ਵਿੱਚੋਂ ਵੀ ਆਹੀ ਚੀਜ਼ ਪੈਦਾ, ਕਿਉਂਕਿ ਜਿਹਦੀ ਪੈਦਾਇਸ਼ ਹੀ ਗੰਦ ਤੋਂ ਆ, ਅੰਦਰ ਵੀ ਗੰਦ ਹੈ। ਹੁਣ ਸਾਡੇ ਆ 9 ਦਰਵਾਜ਼ੇ ਜਿਹੜੇ ਆ ਜੀ, ਇਹਨਾਂ ਰਾਹੀਂ ਵੀ ਗੰਦ ਹੀ ਨਿਕਲਦਾ। ਅੱਖਾਂ ਚੋਂ, ਕਦੇ ਕੰਨਾਂ ਚੋਂ, ਨੱਕ ਚੋਂ, ਬੁੱਲਾਂ ਚੋਂ, ਕਦੇ ਮੂੰਹ ਚੋਂ, ਕਦੇ ਗੁਲਾਬ ਦੇ ਫੁੱਲ ਖਿੜਦੇ ਦੇਖੇ ਆ, ਗੰਦੀ ਸਮੈਲ ਮਾਰਦੀ ਹੈ। ਕਿਉਂ? ਪੈਦਾਇਸ਼ ਗੰਧ ਤੋਂ ਆ। ਮਾਂ ਕੀ ਰਖਤ ਪਿਤਾ ਵਿਦ ਧਾਰਾ, ਭਾਵ ਮਾਂ ਪਿਓ ਦੇ ਸਮੈਲ ਤੋਂ ਜੀਵ ਬੱਚਾ ਬਣਦਾ ਹੈ। ਖੂਨ ਹੈ ਗੰਦਾ। ਫਿਰ ਇਹਦੇ ਵਿੱਚੋਂ ਵੀ ਸਮੈਲ, ਗੰਦੀ ਸਮੈਲ ਹੀ ਮਾਰਨੀ ਆ। ਕਹਿੰਦੇ ਅੰਤਮ ਨੂੰ, ਭਾਵ ਅੰਤ ਵੇਲੇ ਆ ਸਰੀਰ ਨੂੰ ਵੱਖੋ ਵੱਖਰੀਆਂ ਕਿਰਿਆਵਾਂ ਨੇ ਖਤਮ ਕਰ ਦਿੱਤਾ ਜਾਂਦਾ ਕਿ ਬਦਬੂ ਨਾ ਪੈਦਾ ਹੋਵੇ, ਬਿਮਾਰੀ ਨਾ ਪੈਦਾ ਹੋਵੇ। ਇੱਕ ਦੱਜਾ, ਇੱਕ ਦੱਬੀ ਹੈ, ਇੱਕ ਨਾ ਕੁੱਤੇ ਖਾਏ। ਸੱਚਾਈ ਹੈ ਸਾਡੇ ਜੀਵਨ ਦੀ। ਇਹ ਬ੍ਰਹਮ ਗਿਆਨ ਅਵਸਥਾ ਚੌਥੇ ਪਦ ਦੀ ਬਾਣੀ ਆ। ਮਨ ਕਰਕੇ ਵਿਚਾਰ ਲਈ ਸਮਝ ਆ ਜਾਣੀਆਂ ਨੇ ਗੱਲਾਂ, ਨਹੀਂ ਫਿਰ ਉੱਪਰ ਹੀ ਉੱਡਣਗੀਆਂ, ਉੱਪਰ ਦੀ ਜਾਣਗੀਆਂ। ਪਤੀ ਨਹੀਂ ਲੱਗਣਾ ਵੀ ਮਹਾਰਾਜ ਕੀ ਕਹਿੰਦੇ ਆ। ਉਹ ਕਹਿੰਦੇ ਇੱਕ ਨਾ ਕੁੱਤੇ ਖਾਏ, ਵੱਖੋ ਵੱਖਰੀ ਮਰਿਆਦਾ। ਕੋਈ ਅਗਨ ਭੇਟ ਕਰ ਦਿੰਦੇ ਆ, ਸਾੜ ਦਿੰਦੇ ਆ ਮੁਰਦੇ ਨੂੰ, ਇੱਕ ਦੱਬ ਦਿੰਦੇ ਨੇ, ਇੱਕ ਕੁੱਤਿਆਂ ਨੂੰ ਖਾਣ ਨੂੰ ਡੇਗ ਦਿੰਦੇ ਨੇ ਮਰੇ ਹੋਏ ਮੁਰਦੇ ਨੂੰ, ਇੱਕ ਪਾਣੀ ਵਿੱਚ ਉਸੱਟੀ ਹੈ, ਇੱਕ ਪਾਣੀ 'ਚ ਜਲ ਪ੍ਰਵਾਹ ਕਰ ਦਿੰਦੇ ਆ ਜੀ ਮਰਨ ਤੋਂ ਬਾਅਦ। ਇੱਕ ਭੀ ਫਿਰ ਹੱਸਣ ਪਾਏ, ਹੱਸਣ ਨਾਮ ਖੂਦ ਹੈ। ਖੂਹ ਹੈ ਇੱਕ ਬਹੁਤ ਵੱਡਾ ਬਣਾਇਆ ਹੈ ਕਿਸੇ ਦੇਸ਼ 'ਚ। ਉਹ ਜਦੋਂ ਕੋਈ ਵੀ ਮਰਦਾ ਉਹ ਖੂਹ ਦੇ ਵਿੱਚ ਮੁਰਦੇ ਨੂੰ ਡੇਗ ਦਿੰਦੇ ਆ। ਕਿਸੇ ਨੇ ਜਲ ਪ੍ਰਵਾਹ ਕਰ ਦਿੱਤਾ, ਕਿਸੇ ਨੇ ਕੁੱਤਿਆਂ ਨੂੰ ਖਵਾ ਦਿੱਤਾ, ਕਿਸੇ ਨੇ ਦੱਬ ਦਿੱਤਾ, ਕਿਸੇ ਨੇ ਅਗਨ ਭੇਟ ਕਰ ਦਿੱਤਾ। ਵੱਖੋ ਵੱਖਰੀਆਂ ਕਿਰਿਆਵਾਂ ਨੇ, ਪਰ ਜਾਣ ਤੋਂ ਬਾਅਦ ਨਾਨਕੇ ਬਣਾ ਜਾਪੇ ਕਿੱਥੇ ਜਾਹੇ ਸਮਾਏ। ਗਿਆ ਕਿੱਥੇ ਪਤਾ ਨਹੀਂ, ਮਿੱਟੀ ਆ, ਮਿੱਟੀ 'ਚ ਮਿਲ ਗਿਆ। ਤੇ ਸਤਿਗੁਰ ਕਹਿੰਦੇ ਆ ਪੀੜੈ ਸਹੁ ਸੇਵ ਤੂੰ, ਸਹੁਰੜੈ ਸੁਖ ਬਸ। ਹੈ ਭਾਈ ਇਹ ਵਿਸ਼ਿਸ਼ਟ ਬੁੱਧ, ਵਿਸ਼ਿਸ਼ਟ ਬੁੱਧ ਉਹ ਹੈ ਜਿਹੜੀ ਅਗਿਆਨ ਬਸ ਸਰੀਰ ਨੂੰ ਆਪਣਾ ਸਰੂਪ ਮੰਨੀ ਬੈਠੀ ਆ। ਵਿਸ਼ਿਸ਼ਟ ਬੁੱਧੀ ਜੋ ਅਗਿਆਨ ਕਰਕੇ ਆ ਸਰੀਰ ਨੂੰ, ਸਾਡੀ ਮੱਤ ਜਿਹੜੀ ਆ ਦਿਖਦੀ ਆ ਕਦੇ ਸਰੂਪ ਕਿਹੋ ਜਿਹਾ, ਕੀ ਸ਼ਕਲ ਹੈ ਸਾਡੀ ਮੱਤ ਦੀ, ਸਾਡੀ ਬੁੱਧ ਦੀ। ਆ ਸਰੀਰ ਨੂੰ ਸਭ ਕੁਛ ਆਪਣਾ ਮੰਨੀ ਬੈਠਿਆ ਬੰਦਾ, ਉਹ ਹੈ ਵਿਸ਼ਿਸ਼ਟ ਬੁੱਧ। ਕਹਿੰਦੇ ਐ ਭਾਈ ਐ ਵਿਸ਼ਿਸ਼ਟ ਬੁੱਧ ਮੱਤ ਤਾਂ ਹੀ ਸਮਝਾਉਂਦੇ ਆ। ਤੂੰ ਪੀੜ ਹੈ ਕਹੀਏ ਇਸ ਮਾਤ ਲੋਕ ਰੂਪੀ ਪੇਕੇ ਘਰ ਵਿੱਚ, ਸੋ ਸੇਵ ਤੂੰ ਕੰਤ ਰੂਪੀ ਵਾਹਿਗੁਰੂ ਨੂੰ ਪਤੀ ਨੂੰ ਸਿਮਰਨਾ ਕਰ। ਸਹੁਰੜੈ ਸੁਖ ਵਾਸ, ਤਾਂ ਪਰਲੋਕ ਰੂਪੀ ਸਹੁਰੇ ਘਰ ਵਿੱਚ ਸੁਖੀ ਵਸੇਂਗੀ। ਜੇ ਪੇਕੇ ਘਰ ਸਿਮਰਿਆ ਨਾ, ਸਿੱਧੀ ਜੀ ਗੱਲ ਹੈ, ਜਿਹਦੀ ਪੇਕੇ ਘਰ ਚੰਗੀ
ਨੀਅਤ ਹੈ, ਚੰਗਾ ਜੀਵਨ ਹੈ, ਚੰਗਾ ਆਚਰਣ ਹੈ, ਚੰਗੀ ਵਿਚਾਰ ਹੈ, ਉਹ ਅੱਗੇ ਜਾ ਕੇ ਵੀ ਉਹਨੇ ਸਹੁਰੇ ਘਰ ਜਾ ਕੇ ਵੀ ਦੁਨਿਆਵੀ ਤੌਰ ਤੇ ਚੰਗੇ ਗੁਣ ਹੀ ਫੈਲਾਉਣੇ ਆ। ਜਿਹਦਾ ਪਿੱਛੋਂ ਜੀਵਨ ਖਰਾਬ ਹੈ, ਅੱਗੇ ਜਾ ਕੇ ਫਿਰ ਗੁਣ ਨਹੀਂ, ਉਹ ਔਗਣ ਨਾਲ ਹੀ ਜਾਂਦੇ ਆ। ਇਸੇ ਤਰ੍ਹਾਂ ਗੁਰਮੁਖੋ ਆ ਲੋਕ ਰੂਪੀ ਆ ਮਾਤ ਲੋਕ ਜਿਹੜਾ ਇਹ ਪੇਕੇ ਆ ਸਾਡੇ, ਸਭਨੀ ਸਹੁਰੇ ਵੰਝਣਾ, ਸਭ ਮੁਕਲਾਵਣ ਹਾਰ, ਸਭ ਦਾ ਮੁਕਲਾਵਾ ਹੋਣਾ, ਸਭ ਨੇ ਜਾਣਾ, ਸਭ ਨੀ ਸਹੁਰੇ ਜਾਣਾ। ਉਹ ਕਹਿੰਦੇ ਸਹੁਰੇ ਰੂਪੀ ਜਿਹੜਾ ਪ੍ਰਲੋਕ ਹੈ, ਉੱਥੇ ਜਾ ਕੇ ਵੀ ਬੰਦਾ ਫਿਰ ਸੁਖੀ ਵਸੇਗਾ। ਭਾਵ ਜਿਹੜੀ ਧੀ ਭੈਣ ਇਸਤਰੀ ਕਹੀਏ ਪੇਕੇ ਘਰ ਰਹਿੰਦੇ ਆ, ਪਤੀ ਦੀ ਸੇਵਾ ਕਰਨ ਦੀ ਜਾਚ ਵੱਡਿਆਂ ਤੋਂ ਸਿੱਖਦੀ ਆ, ਉਹ ਸਹੁਰੇ ਘਰ ਆ ਕੇ ਸੱਸ ਦਰਾਣੀਆਂ ਜਠਾਣੀਆਂ ਨਣਦਾਂ ਜੋ ਵੀ ਨੇ ਉਹਨਾਂ ਵਿੱਚ ਸੁਖੀ ਜੀਵਨ ਹੁੰਦਾ ਹੈ ਤੇ ਸਨਮਾਨ ਮਿਲਦਾ ਜੀ। ਭਾਵ ਜੰਮਣ ਮਰਨ ਦੇ ਕਲੇਸ਼ਾਂ ਤੋਂ ਉਹ ਛੁੱਟ ਜਾਣਾ ਹੈ ਤੇ ਆਵਾਗਮਨ ਦਾ ਚੱਕਰ ਜਿਹੜਾ ਉਹਦੇ ਵਿੱਚ ਨਹੀਂ ਪੈਂਦਾ ਬੰਦਾ। ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੈ ਦੁੱਖ। ਕਹਿੰਦੇ ਭਾਈ ਤੂੰ ਵੀ ਉਸ ਸੁਚੱਜੀ ਇਸਤਰੀ ਵਾਂਗ ਆਪਣੇ ਸਤਿਗੁਰੂ ਨਾਲ ਮਿਲ ਕੇ ਗਿਆਨ ਰੂਪੀ ਚੱਜ ਜਿਹੜਾ ਭਾਵ ਢੰਗ ਜਿਹੜਾ ਹੈ ਉਹ ਸਿੱਖ, ਸ੍ਰੇਸ਼ਟ ਕਰਮਾਂ ਦਾ ਆਚਾਰ ਕਹੀਏ ਵਿਵਹਾਰ ਸਿੱਖਣਾ ਕਰ, ਫਿਰ ਤੈਨੂੰ ਕਦੇ ਵੀ ਜੰਮਣ ਮਰਨ ਦਾ ਭਾਵ ਆਵਾਗਾਉਣ ਦਾ ਦੁੱਖ ਜਿਹੜਾ ਉਹ ਨਹੀਂ ਲੱਗਣਾ। ਤੇ 84 ਦੇ ਗੇੜ 'ਚ ਜਿਹੜੇ ਦੁੱਖ ਨੇ ਉਹ ਦੁੱਖਾਂ 'ਚ ਬੰਦਾ ਨਹੀਂ ਜਾਏਗਾ। ਤੁਧ ਕਦੇ ਨਾ ਲੱਗੇ ਦੁੱਖ। ਇੱਕ ਰੱਬ ਦੀ ਬੰਦਗੀ ਦੇ ਨਾਲ ਆ ਸਰੀਰਾਂ ਤੋਂ ਉੱਪਰ ਉੱਠ ਕੇ ਜਦੋਂ ਬੰਦਾ ਕਰਮ ਕਰਦਾ ਤੁਰਦਾ ਰੱਬ ਵੱਲ ਨੂੰ ਕਿ ਇੱਕ ਦਿਨ ਉਡਾਰੀ ਲਗਾਉਣੀ ਆ, ਅੱਜ ਨਹੀਂ ਤਾਂ ਕੱਲ। ਸਾਡੀਆਂ ਅੱਖਾਂ ਦੇ ਸਾਹਮਣੇ ਕਿੰਨੀ ਦੁਨੀਆ ਉਡਾਰੀ ਲੱਗ ਗਈ, ਅਸੀਂ ਵੀ ਉੱਡਣਾ, ਭੌਰ ਨੇ ਉੱਡ ਜਾਣਾ, ਸਰੀਰ ਨੇ ਮਿੱਟੀ ਹੋ ਜਾਣਾ। ਇਸ ਕਰਕੇ ਗੁਰਮੁਖੋ ਸਹੁਰੇ ਘਰ ਦੇ ਵਿੱਚ ਸੁਖੀ ਵਸਣਾ ਚਾਹੁੰਦੇ ਆ ਨਾ, ਤਾਂ ਆ ਮਾਤ ਲੋਕ ਦੇ ਵਿੱਚ ਸਾਡੇ ਪੇਕੇ ਘਰ ਦੇ ਵਿੱਚ ਰੱਬ ਦੀ ਬੰਦਗੀ ਨਾਲ ਜੁੜੀਏ। ਸੋ ਆਓ ਗੁਰੂ ਸਿੱਖ ਪਿਆਰਿਓ, ਧੰਨ ਭਾਗੀਓ ਜੋ ਵੀ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਪਹੁੰਚ ਕਰਕੇ ਹਾਜ਼ਰੀਆਂ ਭਰਨੇ ਹੋ। ਸਤਿਗੁਰ ਕਿਰਪਾ ਕਰੇ ਇਸੇ ਤਰ੍ਹਾਂ ਜਿੰਨਾ ਕੁ ਜੀਵਨ ਸਭ ਦਾ ਬਾਕੀ ਆ ਆਪਣੇ ਚਰਨਾਂ ਨਾਲ ਜੋੜ ਕੇ ਰੱਖਣ, ਸ਼ੁਭ ਕਰਮ ਕਰਨ ਦਾ ਬਲ ਬਖਸ਼ਣ, ਅੰਦਰ ਦਾ ਗਿਆਨ ਪੈਦਾ ਹੋਵੇ, ਬ੍ਰਹਮ ਦੀ ਦ੍ਰਿਸ਼ਟੀ ਬਣੇ, ਅੰਦਰ ਦਾ ਸਕੂਨ ਆਵੇ। ਉਹ ਬਾਣੀ ਨਾਲ ਆਏਗਾ, ਨਾਮ ਨਾਲ ਆਉਣਾ, ਐਵੇਂ ਨਹੀਂ ਆਉਣਾ, ਤੁਰਨਾ ਪਏਗਾ। ਦੁਨਿਆਵੀ ਕੰਮਾਂ 'ਚ ਦੁਨਿਆਵੀ ਢਾਂਚੇ 'ਚ ਅਸੀਂ ਬਿਨਾਂ ਮਿਹਨਤ ਤੋਂ ਕਾਮਯਾਬ ਨਹੀਂ, ਮਿਹਨਤ ਕਰਨੀ ਪੈਣੀ ਹੈ। ਇਹ ਨਹੀਂ ਵੀ ਘਰੇ ਬਹਿ ਕੇ ਕੋਈ ਡੇਕ ਕੇ ਜਾਂਦਾ ਹੈ। ਚੰਗਾ ਜੀਵਨ ਬਣਾਉਣਾ ਨਾ ਦੁਨਿਆਵੀ ਤੌਰ ਤੇ ਸਮਾਜਿਕ ਮਿਹਨਤ ਕਰਨੀ ਪਊ, ਤਾਂ ਕਾਰਾਂ ਕੋਠੀਆਂ ਬਣਦੀਆਂ, ਘਰੇ ਬੈਠੇ ਨਹੀਂ ਬਣਦੀਆਂ। ਬਿਨਾਂ ਮਿਹਨਤ ਤੋਂ ਦੁਨੀਆ 'ਚ ਅਸੀਂ ਕਾਮਯਾਬ ਨਹੀਂ ਹੋ ਸਕਦੇ। ਫਿਰ ਆ ਸੰਸਾਰ ਦਾ ਕੰਮ ਦੇਖੋ ਕਿੰਨਾ ਔਖਾ। ਚੰਗੀ ਮਿਹਨਤ ਕਰਾਂਗੇ ਤਾਂ ਕਿਤੇ ਚੰਗਾ ਘਰ-ਬਾਰ ਬਣੇਗਾ, ਤਾਂ ਚੰਗੀਆਂ ਬੱਚਿਆਂ ਦੀ ਚੰਗੀ ਪਰਵਰਿਸ਼ ਹੋਊ। ਸੰਸਾਰ 'ਚ ਜੇ ਸੰਸਾਰ ਦਾ ਕੰਮ ਇੰਨਾ ਔਖਾ ਹੈ, ਨਨਕਾਰ ਵਾਲਾ ਕੰਮ ਇੰਨਾ ਔਖਾ ਸੌਖਾ ਨਹੀਂ। ਮਿਹਨਤ ਉਹ 'ਚ ਵੀ ਜ਼ਰੂਰੀ ਆ, ਉਧਰ ਨੂੰ ਵੀ ਤੁਰਨਾ ਪੈਣਾ। ਬਾਪੂ ਗੁਰੂ ਨਾਨਕ ਸਾਹਿਬ ਆ ਇੰਨਾ ਖਜ਼ਾਨਾ ਬਾਣੀ ਦਾ ਐਵੇਂ ਨਹੀਂ ਦੇ ਗਏ, ਇਹ 'ਚ ਕੋਈ ਕਾਰਨ ਹੈ। ਕਾਹਦੇ ਵਾਸਤੇ ਦੇ ਗਏ ਨੇ ਜੀ? ਐਂ ਥੋੜੀ ਵੀ ਚਲੋ ਰੁਮਾਲੇ ਪਾਓ ਤੋਂ ਮੱਥੇ ਟੇਕੋ, ਦੇਗਾਂ ਕਰਾਓ, ਪਾਠ ਕਰਾਓ, ਲਓ ਜੀ ਸਿੱਖੋ ਤਾਂ ਸਹੀ। ਕੁਛ ਵਿੱਚ ਹੈ ਕੀ ਉਹ ਤਾਂ ਧਿਆਨ ਦੇਈਏ ਨਾ, ਅਰਥ ਕੀ ਨੇ, ਗਿਆਨ ਕੀ ਹੈ, ਉਹਦੇ ਨਾਲ ਜੁੜੀਏ। ਗਿਆਨ ਹੋਏਗਾ ਤਾਂ ਕਿਤੇ ਜਿਉਣ ਦਾ ਚੱਜ ਢੰਗ ਤਰੀਕਾ ਜਿਹੜਾ ਨਾ ਫਿਰ ਆਏਗਾ।
ਆਓ ਜੀ ਭੁੱਲਾਂ ਤੋਂ ਖਿਮਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਰਲ ਮਿਲ ਕੇ